ਗੁਰੂ ਸਾਹਿਬ ਜੀਓ। ਵਡ ਹੰਸ ਮਹਲਾ ਚੌਥਾ। ਘੋੜੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ। ਦੇਹ ਪਾਵੋਂ ਜੀਨ ਬੁਝ ਚੰਗਾ ਰਾਮ। ਚੜ ਲੰਘਾ ਜੀ ਬਿਖਮਾ ਭੁਯੰਗਾ ਰਾਮ। ਦੇਹ ਪਾਵੋਂ ਜੀਨਾ ਬੁਝ ਚੰਗਾ ਰਾਮ। ਚੜ ਲੰਘਾ ਜੀ ਬਿਖਮਾ ਭੁਯੰਗਾ ਰਾਮ। ਬਿਖਮ ਭੁਯੰਗਾ ਅਨਤ ਤਰੰਗਾ। ਗੁਰਮੁਖ ਪਾਰ ਲੰਘਾਏ ਹਰ ਬੋਹਿਥ ਚੜ ਵੱਡ ਭਾਗੀ ਲੰਘੈ। ਗੁਰ ਖੇਵਟ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੈ। ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ। ਹਰ ਉਤਮ ਹਰ ਪਦ ਚੰਗਾ ਅਨ ਦਿਨ ਹਰ ਰੰਗ ਹਰ ਗੁਣ ਗਾਵੈ। ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ। ਹਰ ਉਤਮ ਹਰ ਪਦ ਚੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨਾ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਿਸ਼ ਕਰਨਾ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਹਾਰਾਜ ਨੇ ਰਹਿਮਤ ਕੀਤੀ, ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੋਲ੍ਹਿਆ।
ਉਪਦੇਸ਼ ਪ੍ਰਾਪਤ ਹੋਇਆ ਸ਼੍ਰੀ ਮੁਖਵਾਕ ਦੇ ਰੂਪ ਦੇ ਵਿੱਚ। ਤੇ ਸ਼੍ਰੀ ਮੁਖਵਾਕ ਅੱਜ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਨਾ ਕੋਈ ਜਾਣੈ ਕਵਨ ਇਹਾਂ ਜਗ ਮੀਤ। ਭਾਈ ਕੋਈ ਇਸ ਗੱਲ ਨੂੰ ਜਾਣਦਾ ਸਮਝਦਾ, ਭਾਵ ਬਿਰਲਾ ਕੋਈ ਇਸ ਗੱਲ ਨੂੰ ਸਮਝਦਾ ਹੈ ਇਸ ਜਗਤ ਦੇ ਵਿੱਚ ਰਹਿੰਦਿਆਂ ਮੇਰਾ ਅਸਲ ਮਿੱਤਰ ਕੌਣ ਹੈ ਜੋ ਮੇਰਾ ਸਦਾ ਦਾ ਸਾਥ ਨਿਭਾ ਸਕਦਾ ਹੈ। ਤੇ ਹੌਲੀ ਹੌਲੀ ਫਿਰ ਪਤਾ ਲੱਗਦਾ ਵੀ ਕੋਈ ਵੀ ਤੇ ਨਹੀਂ ਹੈ। ਆ ਜਿਤਨੇ ਸੰਸਾਰ ਦੇ ਪਰਿਵਾਰ ਦੇ ਰਿਸ਼ਤੇ ਨੇ, ਜਿਤਨੇ ਧਨ ਧਨੰਤਾ ਸਾਜੋ ਸਮਾਨ ਫੌਜ ਲਸ਼ਕਰ ਧਨ ਦੇ ਖਜ਼ਾਨੇ ਬਹੁਤ ਚੰਗੀ ਤਰ੍ਹਾਂ ਵੀ ਨਿਭੇ ਤੇ ਸਰੀਰ ਦੇ ਨਾਲ ਨਿਭਣਗੇ ਨਾ, ਇਸ ਤੋਂ ਅੱਗੇ ਤੇ ਕਿਸੇ ਦਾ ਮਿੱਤਰਤਾ ਦਾ ਪੱਖ ਚੱਲੇਗਾ ਹੀ ਨਹੀਂ। ਘਰ ਪਰਿਵਾਰ ਦੇ ਭੈਣ ਭਰਾ ਧੀਆਂ ਪੁੱਤਰ ਬਹੁਤ ਚੰਗੇ ਹੋਣ ਤੇ ਕਿੱਥੋਂ ਤੱਕ ਸਾਥ ਨਿਭਾਉਣਗੇ। ਤੇ ਬਾਣੀ 'ਚ ਬੜਾ ਪਿਆਰਾ ਬਚਨ ਹੈ, ਮਰਘਟ ਲਓ ਸਭ ਲੋਗ ਕੁਟੰਬ ਮਿਲ। ਬਹੁਤ ਚੰਗੇ ਨੇ, ਬੜਾ ਸਾਥ ਨਿਭਾਉਣਗੇ ਤੇ ਵੱਧ ਤੋਂ ਵੱਧ ਸ਼ਮਸ਼ਾਨ ਘਾਟ ਤੱਕ ਵੀ ਸਾਰਾ ਟੱਬਰ ਚਲਾ ਜਾਏਗਾ, ਬਸ ਇਹ ਤੋਂ ਵੱਧ ਨਹੀਂ ਕਰ ਸਕਦੇ। ਤੇ ਆਗਾ ਇਸ ਤੋਂ ਅੱਗੇ ਕੌਣ ਬਣੇਗਾ? ਹੰਸ ਇਕੇਲਾ। ਇਹ ਤੋਂ ਅੱਗੇ ਤੇ ਫਿਰ ਕੱਲਿਆਂ ਜਾਣਾ ਹੈ ਨਾ। ਉਸ ਕੱਲਿਆਂ ਦੇ ਰਾਹ ਤੇ ਕੌਣ ਮਿੱਤਰ ਹੈ? ਇਸੇ ਕਰਕੇ ਅਭਿਆਸੀ ਮੰਨਦੇ ਨੇ ਕਿ ਉਹ ਕੱਲਿਆਂ ਦਾ ਰਾਹ ਜਿਹੜਾ ਸਾਡਾ ਸਦਾ ਹੀ ਹੈ। ਸਰੀਰਾਂ ਦੇ ਸਾਥ ਸਾਰੇ ਭੈਣ ਭਰਾ ਨਿਭਾਉਂਦੇ ਨੇ, ਪਰ ਜੀਵ ਦਾ ਸਾਥ ਕੌਣ ਨਿਭਾਏਗਾ? ਸ਼੍ਰੀ ਸੁਖਮਨੀ ਸਾਹਿਬ ਦਾ ਜਾਪ ਕਰਨ ਵਾਲਿਆਂ ਨੂੰ ਇਹਦੀ ਸੰਕੇਤਕ ਨਿਸ਼ਾਨਦੇਹੀਆਂ ਕੀਤੀਆਂ ਗਈਆਂ ਹਨ। ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ, ਇਹ ਸੰਕੇਤਕ ਨਿਸ਼ਾਨਦੇਹੀਆਂ ਨੇ। ਇਹਨਾਂ ਨਿਸ਼ਾਨਦੇਹੀਆਂ ਦਾ ਜੋ ਖੁਲਾਸਾ ਹੈ ਨਾ, ਉਹ ਰਾਗ ਵਡਹੰਸ ਵਿੱਚ ਹੈ। ਇਹ ਸਫ਼ਰ ਜਿਸ ਸਫ਼ਰ 'ਤੇ ਸੰਜਾਣਾ ਹੈ, ਭੈਣ ਭਰਾ ਸੰਗੀ ਸਾਥੀ ਸਾਥ ਦਿੰਦੇ ਦਿੰਦੇ ਮਰਗਟ ਤੱਕ ਚਲੇ ਜਾਣਗੇ। ਅੱਗੇ ਕੌਣ ਜਾਏਗਾ ਤੇ ਉਹ ਸਫ਼ਰ ਕਿਵੇਂ ਕਰਨਾ ਹੈ? ਜਿਸ ਸਫ਼ਰ ਦੇ ਵਿੱਚ ਪਤਾ ਨਹੀਂ ਕਿਤਨੇ ਕੁ ਕੋਹਾਂ ਦਾ ਪੈਂਡਾ ਹੈ, ਕਿਤਨੇ ਕੁ ਦਿਨ ਰਾਤਾਂ ਦਾ ਸਫ਼ਰ ਹੈ, ਪਤਾ ਨਹੀਂ। ਕਹਿਣ ਨੂੰ ਅਸੀਂ ਕਹਿੰਦੇ ਆ ਕਿ ਦੇਖੋ ਜੀ ਕਿਤੇ ਵੀ ਨਹੀਂ ਜਾਣਾ, ਪਰ ਤੇ ਚੱਲ ਸੋ ਚੱਲ ਹੈ ਨਾ। ਲਗਾਤਾਰ ਜਦੋਂ ਦੇ ਜਨਮੇ ਉਦੋਂ ਦੇ ਚੱਲਦੇ ਰਹੇ ਹਾਂ। ਤੇ ਸਿਆਣੇ ਤੇ ਮੰਨਦੇ ਨੇ ਕਿ ਕੇਵਲਾ ਇੱਕ ਜਨਮ ਨਹੀਂ ਹੋਇਆ, ਕਈ ਜਨਮ ਪਹਿਲਾਂ ਹੋ ਚੁੱਕੇ ਨੇ ਤੇ ਉਹਨਾਂ ਕਈਆਂ ਜਨਮਾਂ ਦੇ ਵਿੱਚ ਯਾਤਰਾਵਾਂ ਕਰਦੇ ਆ ਰਹੇ ਹਾਂ। ਤੇ ਜਦੋਂ ਇਹ ਸਮਝ ਆਉਂਦੇ ਕਿ ਬਹੁਤ ਜਨਮ ਵਿਛੜੇ ਤੇ ਮਾਧੋ, ਬੜੇ ਲੰਮੇਰੇ ਸਮੇਂ ਤੋਂ ਵਿਛੜੇ ਹੋਏ ਆ, ਇਸ ਯਾਤਰਾ ਨੂੰ ਪੂਰਾ ਕਰਨਾ ਹੈ, ਜਿਸ ਦਾ ਜ਼ਿਕਰ ਇੱਕ ਤਾਂ ਹੋਰ ਵੀ ਪੜ੍ਹਦੇ ਹਾਂ, ਤਾਹੀਂ ਤੇ ਉਪਜ ਸਭ ਤਾਹੀਂ ਮੈਂ ਸਮਾਹੇਂਗੇ। ਉਹ ਯਾਤਰਾ ਦੇ ਦਰਮਿਆਨ ਸਾਨੂੰ ਵੱਖ-ਵੱਖ ਵਾਹਨ ਮਿਲਦੇ ਨੇ, ਸਾਧਨ ਮਿਲਦੇ ਨੇ, ਤੇ ਉਹਨਾਂ ਵਾਹਨਾਂ ਦੇ ਵਿੱਚੋਂ ਸਾਧਨਾਂ ਦੇ ਵਿੱਚੋਂ ਇੱਕ ਸਾਧਨ, ਇੱਕ ਵਾਹਨ ਸਾਨੂੰ ਆਹ ਮਨੁੱਖਾ ਸਰੀਰ ਪ੍ਰਾਪਤ ਹੋਇਆ, ਜਿਸ ਨੂੰ ਅਸਾਂ ਨੇ ਸਫਲਤਾ ਦੇ ਨਾਲ ਵਰਤਣਾ ਹੈ। ਔਰ ਇਸ ਨੂੰ ਸਫਲਤਾ ਦੇ ਨਾਲ ਵਰਤਣ ਵਾਸਤੇ ਸਾਨੂੰ ਜੁਗਤਾਂ ਦਿੱਤੀਆਂ ਜਾਂਦੀਆਂ। ਵੇਖਿਆ ਹੋਣਾ ਕਿਤੇ ਕਿਤੇ ਸਰੀਰ ਨੂੰ ਇੱਕ ਰੱਥ ਦੀ ਨਿਆਈ ਵੀ ਦੱਸਿਆ ਜਾਂਦਾ ਹੈ, ਪਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਇਸ ਸਰੀਰ ਨੂੰ ਇੱਕ ਘੋੜੇ ਦੀ ਨਿਆਈ ਰੂਪਕ ਅਲੰਕਾਰ ਕਰਕੇ ਵਰਤਿਆ। ਜਿਵੇਂ ਸਫ਼ਰ ਕਰਨ ਵਾਸਤੇ ਲੋਕ ਘੋੜੀਆਂ ਦੀ ਸੰਭਾਲ ਕਰਦੇ, ਸ਼ਿੰਗਾਰ ਕਰਦੇ, ਜਿਸ ਨੂੰ ਅਸੀਂ ਪਿੱਛੇ ਵਾਚ ਰਹੇ ਸਾਂ ਕਿ ਜਿਵੇਂ ਅੱਜ ਘੋੜੀਆਂ ਦਾ ਜ਼ਮਾਨਾ ਤੇ ਨਹੀਂ ਹੈ, ਅੱਜ ਲੋਕ ਆਪਣੀ ਆਪਣੀ ਬਾਈਕ ਸਵਾਰ ਤਿਆਰ ਕਰਦੇ ਨੇ। ਭਾਈ ਤੇਲ ਪਾਣੀ ਠੀਕ ਹੈ, ਹਵਾ ਇੰਜਨ ਦਾ ਪ੍ਰਬੰਧ ਸਾਰਾ ਠੀਕ ਹੈ, ਲੰਬੇ ਸਫ਼ਰ 'ਤੇ ਰੋਜ਼ ਜਾਣਾ ਹੈ। ਅਤੇ ਜਿਵੇਂ ਆਪਣੇ ਆਪਣੇ ਵਾਹਨ ਨੂੰ, ਆਪਣੇ ਵਹੀਕਲਸ ਨੂੰ ਅੱਜ ਅਸੀਂ ਬਾਈਕ ਕਹਿ ਦਿੰਦੇ ਹਾਂ, ਸਾਫ ਸੁਥਰਾ ਰੱਖ ਦਿਓ, ਸਰਵਿਸਿੰਗ ਕਰਾ ਦਿਓ, ਤਮਾਮ ਇੰਤਜ਼ਾਮ ਕਰ ਦਿਓ। ਇਸੇ ਤਰ੍ਹਾਂ ਉਦੋਂ ਜਦੋਂ ਘੋੜੀਆਂ ਹੀ ਸਭ ਤੋਂ ਬਿਹਤਰੀਨ ਸਵਾਰੀ ਸੀ,
लोग घोड़ियाँ शंगारते, काठियाँ पाउंदे, जीन पाउणी। महाराज ने वो अलंकार दिते ने। असां समझना है कि सफ़र ते करना है। हम इसनूं इस अलंकार ने समझते कि असीं किसी सफ़र ते जाना है, लंबा सफ़र होवे, असीं अपने घोड़े नूं तैयार कर रहे हैं, तो उहदे उत्ते जो काठी है, साजो समान किस तरह का करना है। अज बचन है ना, देह पावों जीन। शरीर एक घोड़े के न्याई है, ते सफ़र करना है। तो सब नूं पता है कि जो घोड़े ते सफ़र करने लई तैयारियां होंदियां ने, सब तो पहला घोड़े ते काठी पाई जाती है। जीन का मतलब हुंदा है काठी, घोड़े ते काठी पाई जाती है। हुण काहदी काठी पाउणी? असीं अपने तन ते सफ़र करना आत्मक रूप च, क्योंकि आत्मा ते तन के जो संबंध ने बड़े सूक्ष्म ते बारीक ने, असीं वखरे वखरे देख नहीं सकते। पर फिर भी असीं कहिंदे हाँ कि असीं अपने मन नूं तैयार करते पे हाँ, भाई अपने तन नूं भी तैयार करना। कसरत करने वाले, वर्जिशां करने वाले, सवेरे सवेरे पार्कां देखते हैं लाइनां लगियां ने, दौड़ रहे हैं लोग। ये की कर रहे हैं? ये कोई अध्यात्मक गुण विद्या भगती थोड़ा कर रहे हैं, इस शरीर नूं तैयार कर रहे हैं ताकि दिन पार आने वाले समय तक एनर्जेटिक रह सके, लंबे समय तक चल सके। कोशिशां कर रहे हैं। महाराज ने चूँकि आत्मक मंडल की जिक्र सानू दिता है, कहने लगे असीं सफ़र करना तो काठी काहदी पाईए। महाराज कहने लगे काठी पता काहदी पाओ? चंगा। देह पावों जीन बुझ चंगा। बुझ कहते ने समझ के, जान के। जे आप समझने आवे तो किसी तो पूछ लेना। जो चंगा है, जो श्रेष्ठ है, वो ग्रहण करना। सफ़र वास्ते जो भी सानू चंगा सामान चाहिए असीं इकट्ठा करते ना, ये दार्शनिक तत्त ने। जो कुछ भी चंगा होए वो ग्रहण करो। जो सफ़र ते जाना है, तो हर एक जी नूं पता है कि रस्ते दी तमाम प्रकार दी जरूरतां ने, तो उन्हां जरूरतां नूं पूरा करने वास्ते की पंडा बन के थोड़ा ले जाईदा है। जो श्रेष्ठ तत्त विचार होंदे ने वो लैके चली दे। चंगा, चंगे का मतलब है सब उत्तम, उत्तम श्रेष्ठ। आत्मक सफ़र ते चले हो तो की लैके जाओगे? सब तो चंगा। शायद इसे करके ते सब तो चंगे तो चंगा किहड़ा है? क्योंकि नाल कौन चलदा है? भार ते चलदा नहीं, कर्म चलते ने। असीं भी जानते हैं कि आत्मक मंडल विच जो दृश्यमान नहीं हुंदा, कुछ कौन नाल चलदा है? कर्म। साडे कर्म चंगे ने जां कर्म मंदे ने। इस करके भाई इस रूहानी सफ़र ते चले हो, जे तुहानूं समझ आ गई कि असीं रूहानी सफ़र करना है, तो तन नूं इस रूहानी सफ़र के घोड़े वांग वरतना है, तो भाई इहदी सवारी वास्ते चंगा, चंगे विचार, चंगी खुराक पहला, फिर चंगे विचार, चंगा आचरण, चंगा व्यवहार, चंगा किरदार। जो कुछ भी तुहानूं मिलता है सब चंगा होना चाहिए। और असीं मनते हाँ कि कई लेयर ते काम किया जाता है, शारीरिक तौर पर, मानसिक तौर पर, व्यवहारिक तौर पर, आर्थिक तौर पर, राजनीतिक तौर पर, धार्मिक तौर पर, परिवारक तौर पर। ये कई लेयर ने एक मनुख के काम करन दे। ये थोड़ा कि असीं रोटी खा ली, उठ पे चल पे सौं लए। सानूं कईयां थावां ते व्यवहार निभाउणा पैंदा है। जिथे काम करता है व्यक्ति, जिन्होंने कदे पंजाब गए ने, उत्थों के संबंधियों के नाल तुहाडा व्यवहार किहो जिहा ते पता लगा तुहाडा व्यवहार चंगा चाहिए। परिवार विच तुहाडा व्यवहार कैसा है, वो भी चंगा चाहिए। खुराक तुहाडी कैसी है, वो भी चंगी चाहिए है। तुहाडा अपने निज प्रति व्यवहार जो अर्ज साधक है, सौण पीण उठन बैठन जो निज अभ्यास है, वो भी चंगा चाहिए। निज अभ्यास चंगा चाहिए, खुराक चंगी चाहिए, व्यवहार चंगा चाहिए, किरदार चंगा चाहिए। ये कुछ पहचाना ने साड़ियाँ। फिर उतों अगे विचार चंगा चाहिए। तो चंगे तो चंगा विचार फिर किहदा है? फिर चुनते हैं ना, खुराक चंगी, व्यवहार चंगा, तो सब तो चंगा विचार किहड़ा है? असीं फिर एक दूजे नूं कहांगे उस्तादां दे, सब तो चंगा विचार गुरु का विचार हुंदा है, जिस विचार विच कदे भी किसी का नुकसान नहीं,
ਤੁਸੀਂ ਗੁਰੂ ਦਾ ਵਿਚਾਰ ਅਪਣਾ ਲਓ, ਕਿਸੇ ਦਾ ਨੁਕਸਾਨ ਤੇ ਨਹੀਂ ਨਾ ਕੋਈ, ਬਲਕਿ ਭਲਾ ਹੋਵੇਗਾ। ਕਿ ਗੁਰੂ ਦੇ ਵਿਚਾਰ ਵਿੱਚ ਆਖਰੀ ਤੇ ਇੱਕ ਗੱਲ ਅਸੀਂ ਰੋਜ਼ ਕਹਿੰਦੇ ਹਾਂ ਨਾ, ਜਦੋਂ ਤੁਸੀਂ ਸਾਰੇ ਦੀਵਾਨ ਦੀ ਕਥਾ ਕੀਰਤਨ ਕਰਕੇ ਸੰਪੂਰਨਤਾ ਅਰਦਾਸ ਕਰਦੇ, ਕੀ ਕਹਿੰਦੇ ਆ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੈ ਸਰਬੱਤ ਦਾ ਭਲਾ। ਹੀ ਗੁਰੂ ਨਾਨਕ ਦਾ ਵਿਚਾਰ ਪ੍ਰਗਟ ਹੁੰਦਾ, ਸਰਬੱਤ ਦਾ ਭਲਾ। ਸਭ ਤੋਂ ਚੰਗਾ ਵਿਚਾਰ ਫਿਰ ਗੁਰੂ ਦਾ ਵਿਚਾਰ। ਇਸ ਕਰਕੇ ਭਾਈ, ਆਤਮਾ ਅਤੇ ਸਰੀਰ ਦੇ ਸੰਬੰਧਾਂ ਵਿੱਚ ਜਦੋਂ ਅਸੀਂ ਰੂਹਾਨੀ ਸਫ਼ਰ ਕਰਨਾ ਹੈ, ਤੇ ਸਰੀਰ ਰੂਪੀ ਘੋੜੇ ਦੇ ਸਦਕੇ, ਤੇ ਸਭ ਤੋਂ ਚੰਗਾ ਵਿਚਾਰ ਗੁਰੂ ਦਾ, ਚੰਗੀ ਖੁਰਾਕ, ਚੰਗੀ ਵਿਚੇ। ਜਿਸ ਦਾ ਦਰਸ਼ਨ ਸਮਝਣਾ ਪੜ੍ਹਨਾ ਹੋਵੇ ਨਾ, ਤੇ ਇੱਕ ਸ਼ਬਦ ਹੈ, ਕਦੇ ਸਮਾਂ ਲੱਗੇ। ਅੱਜ ਕੱਲ੍ਹ ਤਾਂ ਸਾਡੇ ਸਾਰਿਆਂ ਕੋਲ ਡਿਵਾਈਸ ਹੈਗੇ ਨੇ, ਇਸ ਮੋਬਾਈਲ ਡਿਵਾਈਸਾਂ ਦੇ ਵਿੱਚ ਗੁਰਬਾਣੀ ਅੰਗਰੇਜ਼ੀ 'ਚ, ਹਿੰਦੀ 'ਚ, ਪੰਜਾਬੀ 'ਚ ਸਾਨੂੰ ਪ੍ਰਾਪਤ ਹੈ। ਉਹਦੇ 'ਚ ਪੜ੍ਹ ਲੈਣਾ ਕਿ ਉਹ ਕੀ ਕਰੀਏ। ਬਾਬਾ ਸੁਖਾਣਾ ਖੁਸ਼ੀ ਖੁਆਰ, ਪੜ੍ਹਦੇ ਹੋ ਨਾ? ਬਾਬਾ ਸੁਖਾਣਾ ਖੁਸ਼ੀ ਖੁਆਰ। ਬਾਬਾ ਕਿਹੜੀ ਖੁਰਾਕ ਖਾਇਆ ਕਰੀਏ? ਸਭ ਤੋਂ ਚੰਗੀ ਖੁਰਾਕ ਕਿਹੜੀ ਹੈ? ਲੋਕ ਤਮਾਮ ਪ੍ਰਕਾਰ ਦੇ ਵਿਅੰਜਨਾਂ ਦਾ ਨਾਮ ਲੈ ਦੇਣਗੇ, ਆਹ ਖਾ ਲਓ, ਆਹ ਖਾ ਲਓ, ਘਿਓ ਖਾ ਲਓ, ਮਿੱਠਾ ਖਾ ਲਓ। ਸਤਿਗੁਰੂ ਨਾਨਕ ਕਹਿੰਦੇ ਨਹੀਂ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲੇ ਵਿਕਾਰ। ਬਸ ਇਹ ਖਿਆਲ ਰੱਖਣਾ, ਜਿਸ ਵਸਤੂ ਨੂੰ ਖਾ ਕੇ ਤੁਸੀਂ ਬਿਮਾਰ ਨਾ ਹੋਵੋ, ਜਿਸ ਵਸਤੂ ਨੂੰ ਖਾਣ ਤੋਂ ਬਾਅਦ ਤੁਹਾਡੇ ਮਨ ਵਿੱਚ ਤੇ ਤਨ ਵਿੱਚ ਕੋਈ ਰੋਗ ਪੈਦਾ ਨਾ ਹੋਵੇ, ਉਹ ਖੁਰਾਕ ਤੁਹਾਡੇ ਲਈ ਚੰਗੀ ਹੈ। ਬਾਬਾ ਪਹਿਨਣ ਕੀ ਹੈ? ਉਹਦੇ 'ਚ ਚੰਗਾ, ਜਿਹਨੂੰ ਪਾ ਕੇ ਤੁਸੀਂ ਔਖੇ ਨਾ ਹੋਵੋ। ਅਸੀਂ ਵੇਖਿਆ ਨਾ, ਕਈ ਵਾਰ ਅਸੀਂ ਫੈਸ਼ਨ ਦੇ ਮਾਰੇ ਕੁਝ ਕੱਪੜੇ ਇਹੋ ਜਿਹੇ ਪਾ ਲੈਂਦੇ ਹਾਂ, ਫਿਰ ਔਖੇ ਹੁੰਦੇ ਹਾਂ, ਉੱਠਣਾ ਬੈਠਣਾ ਚੱਲਣਾ ਫਿਰਨਾ ਤਾਂ ਔਖਾ ਹੋਇਆ ਹੁੰਦਾ। ਕਿਉਂ ਪਾਏ ਨੇ ਭਾਈ? ਫੈਸ਼ਨ ਹੈ, ਲੋਕ ਕਹਿੰਦੇ ਨੇ ਪਾਓ। ਲੋਕ ਸਮਾਜਿਕ ਡਿਮਾਂਡ ਜੀ ਬਣ ਜਾਂਦੀ, ਵੇਖਾ ਵੇਖੀ। ਪਰ ਸਤਿਗੁਰ ਕਹਿੰਦੇ ਨਾ ਭਾਈ, ਐਸੇ ਕੱਪੜੇ ਨਾ ਪਾਇਆ ਕਰੋ ਜਿਹਨੂੰ ਪਾ ਕੇ ਤੁਸੀਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕੇ, ਜਿਸ ਕੱਪੜੇ ਨੂੰ ਪਾ ਕੇ ਤੁਸੀਂ ਬੈਠ ਵੀ ਨਹੀਂ ਪਾ ਰਹੇ, ਤੁਰ ਨਹੀਂ ਪਾ ਰਹੇ, ਆਪਣਾ ਕਾਰ ਵਿਹਾਰ ਵੀ ਨਹੀਂ ਕਰ ਪਏ। ਇਸ ਕੱਪੜੇ ਤੁਹਾਨੂੰ ਕੀ ਥੋੜ੍ਹੇ ਨਾ ਭਾਈ। ਬਾਬਾ ਸੋ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀ ਹੈ, ਤਨ ਔਖਾ ਹੋ ਰਿਹਾ, ਮਨ ਮੈਂ ਚਲੇ ਵਿਕਾਰ। ਅਤੇ ਜਿਸ ਕੱਪੜੇ ਕਰਕੇ ਮਨ 'ਚ ਵਿਕਾਰ ਤੁਰ ਪੈਂਦੇ ਨੇ, ਆਪਣੇ ਦੇ ਵੀ ਅਤੇ ਦੂਜੇ ਦੇ ਵੀ, ਇਹੋ ਜਿਹੇ ਕੱਪੜੇ ਨਾ ਪਾਇਆ ਕਰੋ। ਇਸੇ ਤਰ੍ਹਾਂ ਖਾਣਾ, ਸੌਣਾ, ਜਾਗਣਾ, ਆਉਣਾ ਜਾਣਾ, ਇਸ ਸ਼ਬਦ ਵਿੱਚ ਸਾਰੀ ਵਿਆਖਿਆ ਹੈਗੀ ਹੈ। ਕਦੇ ਪੜ੍ਹ ਕੇ ਆਰਾਮ ਨਾਲ ਦੇਖਣਾ, ਫਿਰ ਪਤਾ ਲੱਗੇਗਾ ਸਾਨੂੰ ਸਰਵੋਤਮ ਕੀ ਚਾਹੀਦਾ। ਮਹਾਰਾਜ ਕਹਿਣ ਲੱਗੇ ਫਿਰ ਕੀ ਕਰੋਗੇ? ਅਗਲਾ ਸਵਾਲ ਪੁੱਛਦੇ ਨਾ ਮਹਾਰਾਜ ਤੋਂ ਅਸੀਂ, ਮਹਾਰਾਜ ਅਸੀਂ ਚੰਗਾ ਵਿਚਾਰ, ਚੰਗਾ ਖਾਣਾ, ਚੰਗਾ ਕਿਰਦਾਰ, ਚੰਗਾ ਗ੍ਰਹਿਣ ਕਰ ਲਿਆ, ਹੁਣ ਘੋੜੇ 'ਤੇ ਕਾਠੀ ਪਾ ਲਈ, ਬਹੁਤ ਸਰੀਰਕ ਤੌਰ 'ਤੇ ਅਸੀਂ ਤਿਆਰ ਹੋ ਗਏ ਵੀ ਹਾਂ, ਕਮਰ ਕੱਸਾ ਕਰ ਲਿਆ, ਤਿਆਰ ਹੈ। ਹੁਣ ਕੀ ਕਰੋਗੇ? ਮਹਾਰਾਜ ਕਹਿਣਗੇ ਫਿਰ ਚੜ੍ਹ ਲੰਘਾਂ ਜੀ। ਘੋੜੇ 'ਤੇ ਸਵਾਰ ਹੋ ਕੇ ਚੜ੍ਹ ਕੇ ਲੰਘਾਂ ਪੁਰਾਣਾ ਪੰਜਾਬੀ ਦੇ ਸ਼ਬਦ ਹੈ, ਜਾਣਾ, ਟੱਪ ਜਾਣਾ, ਸਫ਼ਰ ਕਰ ਲੈਣਾ, ਲੰਘ ਜਾਣਾ। ਜਿਵੇਂ ਰਸਤੇ 'ਚ ਕੋਈ ਨਦੀ ਆਏ ਤੇ ਲੰਘ ਗਏ, ਸਫ਼ਰ ਕਰਦਿਆਂ ਜੰਗਲ ਆ ਗਿਆ ਤੇ ਲੰਘ ਗਏ, ਉਜਾੜ ਬੇਲਾ ਆ ਗਿਆ ਤੇ ਲੰਘ ਗਏ, ਪਿੰਡਾਂ ਸ਼ਹਿਰ ਨੂੰ ਲੰਘ ਗਏ। ਇਹ ਪੁਰਾਣਾ ਸ਼ਬਦ ਹੈ, ਚੜ੍ਹ ਲੰਘਾਂ ਜੀ। ਮੈਂ ਘੋੜੇ 'ਤੇ ਸਰੀਰ 'ਤੇ ਸਵਾਰੀ ਕਰਕੇ ਲੰਘ ਜਾਵਾਂ। ਕਿੱਥੋਂ ਲੰਘੇਗਾ? ਕਹਿਣ ਲੱਗੇ ਜੀ ਬਿਖਮ ਭੁਯੰਗਾ। ਬਿਖਮ ਕਹਿੰਦੇ ਨੇ ਔਖਾ, ਭੁਯੰਗਾ ਸੱਪ। ਉਹ ਮਾਰਗ, ਉਹ ਰਾਹ ਹੈ, ਮੇਰੇ ਰਾਹ ਵਿੱਚ ਅਨੇਕਾਂ ਪ੍ਰਕਾਰ ਦੇ ਜ਼ਹਿਰੀਲੇ ਸੱਪ ਤੁਰੇ ਫਿਰਦੇ। ਅਤੇ ਜੇ ਭਾਈ ਤੁਸੀਂ ਪੈਦਲ ਜਾ ਰਹੇ ਹੋ ਤਾਂ ਸੱਪਾਂ ਦਾ ਡਰ ਹੈ ਨਾ, ਅਤੇ ਚੰਗੇ ਸਿੱਖੇ ਹੋਏ ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਹੋ ਅਤੇ ਘੋੜਾ ਸਰਪਟ ਦੌੜ ਜਾਵੇਗਾ, ਸੱਪਾਂ ਦੇ ਡੰਗ ਤੋਂ ਬਚ ਜਾਓਗੇ। ਅਤੇ ਜੇ ਘੋੜਾ ਵੀ ਤੁਹਾਡਾ ਨਾਦਾਨ ਹੋਵੇ, ਤੁਸੀਂ ਉਹਨੂੰ ਟ੍ਰੇਨਡ ਹੀ ਨਹੀਂ ਕੀਤਾ, ਉਹਨੂੰ ਢੰਗ ਦੀ ਖੁਰਾਕ ਹੀ ਨਹੀਂ ਦਿੱਤੀ, ਅਤੇ ਭਾਈ ਉਹ ਆਪ ਹੀ ਉਲਝ ਕੇ ਡਿੱਗ ਪਏਗਾ ਅਤੇ ਤੁਹਾਨੂੰ ਵੀ ਮਰਵਾਏਗਾ। ਇਸ ਕਰਕੇ ਜਿੱਥੇ ਆਪ ਤਿਆਰੀ ਕਰਨੀ ਹੈ, ਉੱਥੇ ਆਪਣੇ ਵਾਹਨ ਘੋੜੇ ਦੀ ਵੀ ਤਿਆਰੀ ਕਰਨੀ ਹੈ, ਉਸ ਨੂੰ ਹੀ ਸਵਾਰਨਾ ਅਤੇ ਸੰਭਾਲਣਾ ਹੁੰਦਾ ਹੈ। ਦਰਸ਼ਨ ਵਿੱਚ ਇੱਕ ਜੀਵਨ ਨੂੰ ਸਮਝਣ ਵਾਸਤੇ ਇੱਕ ਗਾਥਾ ਅਸੀਂ ਫਿਲਾਸਫੀਕਲ ਪੜ੍ਹਦੇ ਸੁਣਦੇ ਸੁਣਾਉਂਦੇ ਹੁੰਦੇ ਹਾਂ ਕਿ ਮੰਨ ਲਓ ਕਿਤੇ ਕੋਈ ਕੰਪਟੀਸ਼ਨ ਆ ਗਈ, ਘੁੜ ਦੌੜ ਹੈ, ਘੋੜਿਆਂ ਦੀ ਦੌੜ ਹੋਣੀ ਹੈ, ਕੰਪਟੀਸ਼ਨ ਹੈ। 5-7 ਜਵਾਨਾਂ ਨੇ ਤਿਆਰੀ ਕੀਤੀ, ਹਾਂ ਜੀ ਅਸੀਂ ਇਸ ਘੁੜ ਦੌੜ ਵਿੱਚ ਆਪਣੇ ਆਪਣੇ ਘੋੜੇ ਲੈ ਕੇ ਜਾਵਾਂਗੇ, ਦੌੜਾਂਗੇ ਅਤੇ ਕੋਈ ਇੱਕ ਤਾਂ ਜਿੱਤੇਗਾ, ਜੋ ਜਿੱਤੇਗਾ ਉਹਨੂੰ ਇਨਾਮ ਮਿਲੇਗਾ। ਹੁਣ ਸਾਰੇ ਆਪਣੀਆਂ ਆਪਣੀਆਂ ਤਿਆਰੀਆਂ ਕਰਨ ਲੱਗ ਪਏ।
ਇੱਕ ਨੇ ਕਿਤਾਬਾਂ ਪੜ੍ਹੀਆਂ ਵੀ ਘੁੜਦੌੜ ਵਿੱਚ ਕੀ ਚਾਹੀਦਾ, ਚੰਗੇ ਘੋੜੇ ਦੀ ਸਵਾਰੀ, ਚੰਗੇ ਘੋੜੇ ਦੇ ਲੱਛਣ ਕੀ ਹੋਣੇ ਚਾਹੀਦੇ ਨੇ, ਉਹਦੇ ਨਿਯਮ ਕਾਨੂੰਨ ਕੈਸੇ ਨੇ, ਉਹਦੀ ਪਹਿਚਾਣ ਕੀ ਹੈ, ਚੰਗੇ ਘੁੜਸਵਾਰ ਦੇ ਲੱਛਣ ਕੀ ਨੇ, ਘੁੜਸਵਾਰੀ ਦੇ ਨਿਯਮ ਕਾਨੂੰਨ ਕਾਇਦੇ ਕੀ ਨੇ, ਸਾਰੇ ਨਿਯਮ ਪੜ੍ਹ ਲਏ। ਪਰ ਨਾ ਤੇ ਭਾਈ ਉਹਨੇ ਘੋੜੇ 'ਤੇ ਧਿਆਨ ਦਿੱਤਾ ਤੇ ਨਾ ਆਪਣਾ ਕੋਈ ਅਭਿਆਸ ਕੀਤਾ। ਸਵੇਰੇ ਉੱਠਿਆ ਕਿਤਾਬ ਪੜ੍ਹ ਲਈ, ਸ਼ਾਮੀ ਉੱਠਿਆ ਕਿਤਾਬ ਰੱਟ ਲਈ, ਇੱਕ ਨਿਯਮ ਟਿਪਸ ਤੇ ਯਾਦ ਕਰ ਲਿਆ। ਠੀਕ ਹੈ ਭਾਈ। ਦੂਸਰੇ ਨੇ ਸਾਰੀ ਮਿਹਨਤ ਆਪਣੇ ਘੋੜੇ 'ਤੇ ਲਗਾ ਦਿੱਤੀ, ਦਾਣਾ ਪੱਠਾ ਘੋੜੇ ਨੂੰ ਚੰਗਾ ਖਵਾ ਕੇ ਤਕੜਾ ਮੋਟਾ ਕਰ ਲਿਆ, ਪਰ ਟ੍ਰੇਨਡ ਨਹੀਂ ਕੀਤਾ। ਦੌੜਨ ਵਾਸਤੇ ਟ੍ਰੇਨਿੰਗ ਚਾਹੀਦੀ ਨਾ, ਉਹ ਟ੍ਰੇਨ ਕੀਤਾ ਹੀ ਨਹੀਂ, ਖੁਰਾਕ ਹੀ ਖਵਾਉਂਦਾ ਰਹਿ ਗਿਆ। ਤੀਜੇ ਨੇ ਆਪ ਹੀ ਖੁਰਾਕ ਖਾਣੀ ਸ਼ੁਰੂ ਕਰਤੀ ਵੀ ਆਖੇ ਜੀ ਸਟੈਮਿਨਾ ਚਾਹੀਦਾ, ਬਲ ਚਾਹੀਦਾ, ਦੌੜ ਹੈ, ਥੱਕ ਨਾ ਜਾਏ, ਇਸ ਕਰਕੇ ਆਪ ਖੁਰਾਕ ਖਾਂਦਾ ਰਿਹਾ। ਇੱਕ ਗਿਆ ਅਭਿਆਸ ਤੇ ਕਰਦਾ ਰਿਹਾ, ਉਹਨੇ ਘੋੜੇ ਦੇ ਵੀ ਅਭਿਆਸ ਕਰਾਏ, ਆਪਣੇ ਵੀ ਅਭਿਆਸ ਕਰਾਏ, ਤੋ ਸਿੱਖਣ ਵਾਲੀਆਂ ਚੀਜ਼ਾਂ ਸਿੱਖੀਆਂ ਵੀ, ਸਮਝੀਆਂ ਵੀ, ਪੜ੍ਹਿਆ ਵੀ। ਤੇ ਫਿਰ ਕਾਮਯਾਬ ਕੌਣ ਹੋਵੇਗਾ? ਜਿਸ ਨੇ ਸਾਰੇ ਪੁਆਇੰਟਾਂ 'ਤੇ ਕੰਮ ਕੀਤਾ, ਜਿਸ ਨੇ ਮਾਨਸਿਕ ਤੌਰ 'ਤੇ ਟ੍ਰੇਨਿੰਗ ਵੀ ਲਈ ਹੈ, ਫਿਜ਼ੀਕਲ ਟ੍ਰੇਨਿੰਗ ਵੀ ਲਈ ਹੈ, ਆਪਣੇ ਘੋੜੇ ਨੂੰ ਵੀ ਤਿਆਰ ਕੀਤਾ ਹੈ, ਚੰਗੀ ਖੁਰਾਕ ਖਾਧੀ ਵੀ ਹੈ ਅਤੇ ਆਪਣੇ ਘੋੜੇ ਨੂੰ ਚੰਗੀ ਖੁਰਾਕ ਦਿੱਤੀ ਵੀ ਹੈ, ਉਹੀ ਦੌੜ ਜਿੱਤੇਗਾ ਨਾ। ਅਤੇ ਨਾ ਚੰਗੀ ਖੁਰਾਕ ਖਾਣ ਵਾਲਾ ਜਿੱਤੇਗਾ, ਨਾ ਘੋੜੇ ਨੂੰ ਚੰਗੀ ਖੁਰਾਕ ਵਾਲਾ ਜਿੱਤੇਗਾ, ਨਾ ਕਿਤਾਬਾਂ ਪੜ੍ਹਨ ਵਾਲਾ ਜਿੱਤੇਗਾ। ਇਸ ਕਰਕੇ ਭਾਈ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੀ ਅਸੀਂ ਕੁਝ ਇੱਦਾਂ ਹੀ ਕਰਦੇ ਹਾਂ। ਕੁਝ ਲੋਕ ਨੇ ਕਿਤਾਬੀ ਕੀੜੇ ਹੁੰਦੇ ਨੇ, ਬਸ ਕਿਤਾਬਾਂ ਪੜ੍ਹ ਲਈਆਂ, ਆਹ ਵੀ ਰੱਟ ਲਿਆ, ਆਹ ਵੀ ਰੱਟ ਲਿਆ। ਦੁਨੀਆ ਭਰ ਦੇ ਵੇਦ ਸ਼ਾਸਤਰ, ਗਿਆਨ ਵਿਗਿਆਨ ਦੀਆਂ ਸਾਰੀਆਂ ਗੱਲਾਂ ਉਹਨਾਂ ਦੇ ਟਿਪਸ 'ਤੇ ਯਾਦ ਨੇ। ਜਦੋਂ ਕਿਤੇ ਬਹਿਸ ਹੋ ਸਕੇ ਉਹ ਤਿਆਰ ਬਰ ਤਿਆਰ ਖੜੇ ਨੇ। ਹਰ ਵਿਅਕਤੀ ਦੇ ਨਾਲ ਗਿਆਨੀ ਨਾਲ ਵਿਗਿਆਨੀਆਂ ਨਾਲ ਬਹਿਸ ਕਰ ਸਕਦੇ ਨੇ, ਪੜ੍ਹ ਕੇ ਸੁਣਾ ਦੇਣਗੇ ਭਾਈ ਠੀਕ ਹੈ। ਦੂਜਿਆਂ ਨੇ ਸਰੀਰ ਨੂੰ ਬੜਾ ਤਕੜਾ ਮੋਟਾ ਕਰ ਲਿਆ, ਬੜਾ ਤਕੜਾ ਕਰ ਲਿਆ। ਕਈਆਂ ਨੇ ਕੇਵਲ ਮਾਨਸਿਕ ਵਿਦਿਆ ਲੈ ਲਈ, ਕੋਈ ਕੰਮ ਨਹੀਂ ਅਭਿਆਸ ਕੀਤਾ। ਕਿਸੇ ਨੇ ਭਾਈ ਸਰੀਰ ਦੀ ਤੇ ਬੜੀ ਖੁਰਾਕਾਂ ਖਾ ਲਈਆਂ, ਤਕੜਾ ਕਰ ਲਿਆ, ਪਰ ਕੁਝ ਸਮਝਿਆ ਬੁੱਝਿਆ ਕੁਝ ਨਹੀਂ। ਅਤੇ ਜ਼ਿੰਦਗੀ ਦੇ ਸਫ਼ਰ ਵਿੱਚ ਕੌਣ ਕਾਮਯਾਬ ਹੈ? ਭਾਈ ਜਿਸ ਨੇ ਕੁਝ ਸਿੱਖਿਆ ਪੜ੍ਹਿਆ ਵੀ ਹੈ, ਜਿਸ ਨੇ ਸਰੀਰ ਨੂੰ ਵੀ ਬਿਮਾਰੀਆਂ ਤੋਂ ਬਚਾ ਲਿਆ, ਜਿਸ ਨੇ ਮਨ ਨੂੰ ਵੀ ਬਿਮਾਰੀਆਂ ਤੋਂ, ਮਾਨਸਿਕ ਰੋਗਾਂ ਤੋਂ ਵੀ ਬਚਾ ਲਿਆ, ਵਿਕਾਰਾਂ ਤੋਂ ਬਚਾ ਲਿਆ। ਕਿਉਂਕਿ ਜ਼ਿੰਦਗੀ ਦੇ ਸਫ਼ਰ ਵਾਸਤੇ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਨਾ। ਅਤੇ ਫਿਰ ਕਹਿਣ ਲੱਗੇ ਇਸੇ ਕਰਕੇ ਤੁਸੀਂ ਸਰੀਰ 'ਤੇ ਜੋ ਚੰਗਾ ਹੈ ਉਹ ਗ੍ਰਹਿਣ ਕਰ ਲਓ। ਚੰਗਾ ਵਿਚਾਰ, ਚੰਗਾ ਕਿਰਦਾਰ, ਚੰਗਾ ਆਚਾਰ, ਚੰਗੀ ਖੁਰਾਕ, ਸਭ ਕੁਝ ਚੰਗਾ। ਅਤੇ ਫਿਰ ਸਵਾਰੀ ਕਰੋ ਅਤੇ ਲੰਘੋ ਪਾਰ। ਅਤੇ ਲੰਘਣਾ ਚੇਤਾ ਰੱਖਣਾ, ਜਿਸ ਸਫ਼ਰ ਦੇ ਚੋਂ ਰਾਹ ਤੋਂ ਜਾ ਰਹੇ ਹੋ ਨਾ, ਇਹ ਰਾਹ ਕੋਈ ਮਖਮਲੀ ਗੁਲਾਬ ਨਹੀਂ ਪਿੱਛੇ ਜ਼ਿੰਦਗੀ ਦੇ ਵਿੱਚ। ਮਤ ਖਿਆਲ ਕਰਨਾ ਜ਼ਿੰਦਗੀ ਦਾ ਸਫ਼ਰ ਕਿਤੇ ਨਾ ਸੌਖਾ ਹੈ। ਇਸੇ ਤਰ੍ਹਾਂ ਹੈ ਜਿਵੇਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਲੰਘਣਾ ਪਵੇ। ਜ਼ਿੰਦਗੀ ਦੇ ਹਰ ਮੋੜ 'ਤੇ ਪਰੇਸ਼ਾਨੀਆਂ ਨੇ, ਮੁਸ਼ਕਿਲਾਤਾਂ ਨੇ, ਸਮੱਸਿਆਵਾਂ ਨੇ। ਇਹ ਸੱਪ ਨੇ ਸਾਡੀ ਜ਼ਿੰਦਗੀ ਦੇ, ਦਿਸਦੇ ਤੇ ਨਹੀਂ ਗਏ, ਪਰ ਕੀ ਮੁਸ਼ਕਿਲਾਤਾਂ ਅਤੇ ਸਮੱਸਿਆਵਾਂ ਨਹੀਂ ਗਈਆਂ। ਹਰ ਵਿਅਕਤੀ ਦੇ ਜੀਵਨ 'ਚ ਤਮਾਮ ਪ੍ਰਕਾਰ ਦੇ ਮੁਸ਼ਕਿਲਾਤ ਨੇ, ਸਮੱਸਿਆਵਾਂ ਨੇ। ਅੱਜ ਕੱਲ੍ਹ ਪ੍ਰੋਬਲਮਸ ਕਹਿੰਦੇ ਹੋ, ਹਰ ਰੋਜ਼ ਨਵੀਂ ਪ੍ਰੋਬਲਮ ਆਉਂਦੀ, ਕਿਵੇਂ ਪਾਰ ਜਾਓਗੇ? ਅਤੇ ਜੇ ਤੁਸੀਂ ਕਮਜ਼ੋਰ ਮਨ ਕਰ ਵਾਲੇ ਹੋ ਤਦ ਵੀ ਹਾਰ ਜਾਓਗੇ, ਜੇ ਤਨ ਕਮਜ਼ੋਰ ਹੈ ਅਤੇ ਤਦ ਵੀ ਹਾਰ ਜਾਓਗੇ। ਜੇ ਤੁਸੀਂ ਆਪਣੇ ਗੁਰੂ ਦੀ ਸਿੱਖਿਆ ਨੂੰ ਨਹੀਂ ਸਮਝਿਆ ਤਦ ਵੀ ਜ਼ਿੰਦਗੀ ਦੀ ਬਾਜੀ ਹਾਰ ਜਾਓਗੇ। ਮਹਾਰਾਜ ਕਹਿਣ ਲੱਗੇ ਅਸੀਂ ਫਿਰ ਲੰਘਣਾ ਹੈ। ਕਿਵੇਂ ਲੰਘਣਾ? ਚੜ੍ਹ ਲੰਘਾਂ ਜੀ ਬਿਖਮ ਭੁਯੰਗਾ। ਰਾਮ ਇਹ ਔਖਾ ਸਫ਼ਰ, ਜਿਸ ਸਫ਼ਰ ਦੇ ਵਿੱਚ ਸੱਪ ਆਦਿਕ ਨੇ, ਭਾਵ ਪਰੇਸ਼ਾਨੀਆਂ ਨੇ, ਮੁਸ਼ਕਿਲਾਤਾਂ ਨੇ, ਜਿੱਥੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਾ, ਚੁਗਲੀ, ਦਵੈਸ਼, ਪਤਾ ਨਹੀਂ, ਨਫ਼ਰਤ, ਇਹ 25 ਪ੍ਰਕਾਰ ਦੀਆਂ ਸਾਡੇ ਸੁਭਾਵਿਕ ਪ੍ਰਕਿਰਤੀਆਂ ਆਉਂਦੀਆਂ। ਹਰ ਵਿਅਕਤੀ 'ਤੇ ਪ੍ਰਭਾਵ ਇਹਨਾਂ ਦਾ ਪੈਂਦਾ। ਅਸੀਂ ਗੁੱਸਾ ਨਹੀਂ ਕਰਦੇ, ਕੋਈ ਦੂਸਰਾ ਗੁੱਸਾ ਕਰ ਲੈਂਦੇ। ਅਸੀਂ ਨਿੰਦਾ ਨਹੀਂ ਕਰਦੇ, ਕੋਈ ਦੂਸਰਾ ਸਾਡਾ ਕੰਮ ਵਿਗਾੜ ਦਿੰਦਾ। ਬਹੁਤ ਕੁਝ ਜ਼ਿੰਦਗੀ ਵਿੱਚ ਲੰਘਣਾ ਪੈਂਦਾ, ਸਹਿ ਕਰਨਾ ਪੈਂਦਾ, ਸਫ਼ਰ ਕਰਨਾ ਪੈਂਦਾ। ਇਹਦੇ ਵਿੱਚੋਂ ਦੀ ਜਾਣਾ ਅਤੇ ਸਫ਼ਰ ਉਹੀ ਕਰ ਪਾਏਗਾ ਜਿਸ ਨੇ ਚੰਗਾ ਪ੍ਰਾਪਤ ਕੀਤਾ। ਜੋ ਕੁਝ ਵੀ ਜ਼ਿੰਦਗੀ 'ਚ ਚੰਗਾ ਹੈ, ਇਸੇ ਕਰਕੇ ਜਦੋਂ ਸਿੱਖਣ ਦਾ ਵਕਤ ਹੁੰਦਾ, ਖਾਸ ਕਰਕੇ ਵਿਦਿਆਰਥੀ ਲਾਈਫ ਦੇ ਵਿੱਚ 25 ਸਾਲ ਤੁਹਾਨੂੰ ਚੰਗਾ ਚੁਣ ਕੇ ਆਪਣੇ ਚਿੱਤ ਵਿੱਚ ਸਟੋਰ ਕਰਨਾ ਚਾਹੀਦਾ ਹੈ।
25 साल जिन्हां ने जिंदगी की चंगियाइयां नूं ग्रहण कर लिया, चंगे उस्तादों तो, चंगे विद्यालय चो, चंगे चंगे, और जिंदगी के 25-26 साल लंघ जाते हैं। फिर अगले 50 साल तुसी आराम नाल जी सकते हो। असी फिलासफी कहते हैं जिस बच्चे ने आरंभक 25 साल मौज मारी है ना, वो अगले 50 साल परेशान होकर रोएगा, तो जिसने पहले 25 साल मौज नहीं की, केवल मेहनत की है, वो घट्टो घट 50 साल मौज लेगा। ऐसा जिंदगी तजुर्बे कहते हैं। अज कह लगे चंगा ग्रहण किया, फिर बिखम राहां चों, औखियां घाटियां चों, मुश्किलातां चों पार हो जाइए। फिर किदां होएगा? बिखम भुयंगा, औखे सफ़र, औखियां मुश्किलातां, सप, ते सब तो औखा असीं डर मनदे ना, कौन है? अनंत तरंगा। अध्यात्म दे विच कहा जाता है कि जिंदगी एक दरियाव दे विचों सागर चों लंघ रहे हैं। जिवें संसार सागर कहा जाता ना, भाव सागर कहा जाता है। सागर दे विच हर वक्त लहरां ने, ते लहरां इतनियां वड्डियां वड्डियां हुंदियां कि वड्डे वड्डे जहाज़ां तक नूं डोब देण दी समर्था उन्हां दे विच हुंदी है। कदे कदे जिन्हां ने समुद्रां दे किनारे रहण दा वक्त मिलिया कि ना हाई टाइड आउंदे ने, तो लोगों को बचना पैंदा है। जिंदगी दे विच भी कई समस्यावां इन्नियां वड्डियां आ जांदियां ने कि चंगे तो चंगे व्यक्ति डोल जाते हैं। तो महाराज कहते कि बिखम भयंगा, ये भाई औखियां सप्पां वर्गियां परेशानी किहड़ी ने? अनंत तरंगा, अनेकां प्रकार दीयां लहरां ने। जिवें सागर दे विच हर वक्त लहरां चलदियां ने ना, इवें जिंदगी च हर वक्त परेशानियां दी लहरां चलदियां ने, हर वक्त प्रॉब्लम्स आउंदियां ने। और ये नहीं कि प्रॉब्लम्स तो लहरां तंग ही करदियां, नहीं, भला भी तो करदियां ने। आ वेखिए ना सागरां दे किनारे जिन्होंने कहण डुबदे व्यक्ति कई बार लहरां दे सदके किनारे लग जाते हैं, तो कई तरन वाले लहरां दे सदके डुब जाते हैं। ये लहरां दा एक अपना वखरा ही खेल है, वखरा ही सुभाव है। किसी डुबदे नूं तार दिंदियां ने तो किसी तरदे नूं डुब दिंदियां ने। जिंदगी के बहुत सारे पक्ष ऐसे ने जिन्हां एक प्रॉब्लम दे विच आके व्यक्ति डुब जाता है, पता लगा उसी समस्या दूसरा फसिया घिर गया, उसकी जीवनी बन गई। एक आपदा कहता है, मुश्किलात कहता है, दूजा उहदे च मौका लभ लैंदा है। ये जिंदगी इसी तरह चलता रहिंदा है। महाराज कह लगे चेता रखना। फिर जिंदगी के समर्थ, जिंदगी के सफ़र दे विच बिखम भयंगा, अनंत तरंगा, अनेकां प्रकार दीयां तरंगां ने, लहरां ने जिंदगी दीयां, चंगियां ते मंदियां। असीं मनदे ना कि साडे मनां च हर वक्त ये चंगियां ते मंदियां लहरां चलदियां रहिंदियां ने। इत्थे बैठे हाँ, चंगियां चंगियां गल्लां समझ रहे हैं, सुन रहे हैं। गुरु की बाणी तो चंगा तो कुछ भी नहीं ना, लेकिन बाहर निकलदियां ही देखिया ना, जोड़े घर तक पहुँच ही कई बार साडे ते किसी माड़ी लहर का प्रभाव पै जाता है। सानू नहीं पता लगता कदों कोई संगी ऐसा मिल जाता है जो सानू कुतरिया जाता, कोई गल कह देंदा है, साडा मन बेचैन हो जाता है। बाहर निकलदियां किहड़ा सुनेहा मिल जाना है, किसी के द्वारा की मिलना सानू नहीं पता ना। चंगियां ते मंदियां लहरां सदा रहिंदियां ने। जिन्होंने थोड़ा इस पासे का अध्ययन कीते मनदे ने कि हर वक्त अज ब्रह्मंड है ना, ये एक शब्द अजकल बनना वेव, तरंगा, चंगियां ते मंदियां वेव्स हर वक्त चलदियां रहिंदियां। चंगियां ते मंदियां तरंगा हर वक्त चलदियां रहिंदियां ने। असीं जांदे आ, पता लगा बाहर उस वक्त वेव्स मंदी सी, जिवें कदे कदे हुंदा ना सर्द हवा ते गर्म हवा, ये तो 6-8 महीने के वक्फे दरम्यान आउंदी है, कदे लो आउंदी है। चंगा भला व्यक्ति बाहर निकले है, गर्म हवा के चक्कर च फस गया, लो लग गई। चंगा भला व्यक्ति बाहर निकले, बर्फीली हवा च फस गया, सर्दी लग गई, बीमार दोनों धिरां नाल हो गया, दोनों पासियां दे नाल मरन का खतरा बन गया। इस तरह सानू नहीं पता कि बाहर निकलदियां ही सानू लो लगनी है कि बर्फ लगनी है, पता नहीं ना। किसी ने चंगी गल कहनी कि मंदी गल कहनी, किहो जिहा माहौल सानू मिलना सी, नवें थां ते जाना सानू नहीं पता। महाराज कहन लगे जीवन के सफ़र च बहुत तरंगा ने। जिथे जीवन के सफ़र दीयां तरंगा ने, अभ्यासियों ते पता है कि साडे मन दे विच भी पता नहीं किन्नियां कुलहरां ने।
एक तो महाराज का बचन है, पाठ करते पढ़े होगा, मन के अधिक तरंग, मन दे विच ही पता नहीं कितने कुछ चंगे ते मंदे ख्याल उठते रहिंदे ने। किहो जिहियां लहरां उठदियां ने, संकल्प ते विकल्प कहिंदे ने। दार्शनिक उन्होंने संकल्प ते विकल्प कह देंदे ने, असीं आम पंजाबी च फुरने कह देंदे हुंदे आ। पता नहीं किहो जिहे चंगे ते मंदे फुरने साडे मनां च उठदे रहिंदे ने। वो हर एक लहर है ना, किसी फुरने दे मगर जुड़ गए, पता लगा डुब जाएंगे, तर जावांगे, तो फिर किद्दां हुण छुटकारा होएगा। इत्थे कहिंदे ने, विखम भुजंगा अनक तरंगा गुरमुख पार लंघाए। जिंदगी दे इस भवसागर तो, तमाम प्रकार दी परेशानियां दी लहरां तो पार लंघण दा केवल ते केवल इक्को नुकता है, गुरमुख बन जाओ। गुरमुख बनने का मतलब है गुरु दे सिख बन जाओ। अपना फोकस, अपना ध्यान हर वक्त गुरु ते टिका दिओ। लहरां वल मत देखो, गुरु वल देखो। और जिन्ने सफ़र करने वाले जी ने सारे मनते ने, रस्ते की परेशानी वल मत देख, मंजिल वल देख। जे परेशानियां वल देखोगे तो उलझ के रह जाओगे, तो जे मंजिल वल देखोगे तो सफ़र कर लोगे। जीवन में छाइयां ते बुराइयां, चंगे ते मंदे लोग मिलते रहने ने। अमीरी ते गरीबी, बीमारी ते सुख, तर बहुत कुछ आउंदा रहिंदा है। फिर की करिए, इन्हां विच उलझ जाइए? नहीं, गुरु वल देखते रहिए, ये सब लंघ जावांगे, क्योंकि समय के मुताबिक ने लंघ जाना है सब कुछ। पुराना पंजाबी एक मुहावरा किते किते लोग वरत लेंदे ने, वो नहीं रहे तो ये भी नहीं रहने जी। वो पुराने दिन नहीं रहे जिहड़े असीं कहंदे सी चंगे, ते मंदे भी नहीं रहने। जे असीं कहने कि अजकल भाई देखो पिछले 1.5 साल तो असीं फसे पे हाँ, बीमारी का दौर है, कार विहार व्यवहार सब रुके पे ने, वो कोई नहीं पई, ये भी नहीं रहने। माड़ा दौर है, लंघ जाएगा। चंगे समय गुजर गए तो मंदे भी गुजर जाणगे। चुप वट के दिहाड़ी कट लो। शायद आपनूं याद होवे, भारती दर्शन कुछ गल्लां बड़ियां कीमती ने। जिहड़े अवतारी मंडल है ना, उहदे विच एक अवतार है कछुआ। भारती दर्शन च कछुए नूं हमेशा जेतू मनिया जाता है। बचपन दी साखियां च असीं कहानी सुनिया, कछुआ जित जाता है, खरगोश हार जाता है। कछुआ पता क्यों जितदा दी फिलासफी दे, जिथे जरा को खतरा महसूस होंदा है, वो अपने आप नूं संकोच लैंदा है। आ वेखिया ना, अज भी किते कछुए दे जरा को कुछ खतरा लगे, वो अपने आप नूं अपने कवर दे, जो खोपड़ी दी बड़ी मजबूत कवर है, उहदे अंदर कर लैंदा है। ते नतीजन छेती कीतिया कोई जी कछुए का शिकार नहीं करता, क्योंकि उन्हें अपने आप नूं संकोच लिया है। तो जदों ने अपने आप नूं संकोच लिया है, परेशानियों तो बच गया, फिर देखदा औखा समा लंघ गए, फिर तुर पैंदा, अपनी एनर्जी बचा लैंदा। इस तरह भाई जिंदगी जदों वेखिया थोड़ा औखा समा है, उदों मस्ट कर। पावन बाणी बड़ा प्यारा जुगत रहस्यवाद है। संत मिले कुछ सुनिए कहिए, कई कोई चंगे लोग मिल गए, गुरमुख भगत मिल गए, कोई गलबात शुरू कर लो, कार विहार करो। मिले असंत मस्ट कर रही है। माड़े लोग मिल गए, आला दुआला माहौल माड़ा हो गया, तो फिर मस्ट हो जाओ। मस्ट मतलब बिल्कुल चुप वट, दिहाड़ी कट ले भाई, चुप कर जा, कानूं बहस करदा है। बहस करेगा उन्हें अपनी बेइज्जती करानी, तेरी भी कर देगा। तो पता नहीं सामने वाले दी की माहौल है, उहदे मन विच की है, उहदा स्टेटस की नहीं पता ना। इस करके मत्था मत मार, वो अपनी बेइज्जती ते कराएगा, तेरी भी करेगा। इस करके अपनी इज्जत अपने हाथ विच है। एवं किसी ने मारा कहना मूर्ख है नाल ना लूझीए। सफ़र करदे करदे इस प्रकार के माहौल, इस प्रकार के लोग मिलते हैं, तो बच के लंघ पिओ। महाराज कहते ये चों लंघण वास्ते जुगत है, गुरमुख पार लंघाए। गुरमुख पार लंघते ने, गुरमुख पार लंघा देंदे ने। बाबा फरीद साहब का एक बचन आपने पढ़िया होना, पाठ करदे करदे आप श्लोक पढ़ते होने कदे कदे। दा एक रूपक है, किसी दरियाओ के किनारे कुछ बीबियां पार जाना चाहदियां ने, तो खड़ियां ने, क्योंकि लहरां ने, तरना भी नहीं बहुता आउंदा, ते पानी के बारे पता नहीं कितना कुछ डूंगा, अंदाज़ा कोई नहीं। डरदियां ने, तन कमज़ोर है, किते डुब ना जाइए। किनारे खड़ियां देखदियां ने। इन्ने चिर नगर चों कोई जवान मुंडे आए, बच्चे आए, वो छाल मारी, दरिया तो पार हो गए।
ਉਹਨਾਂ ਨੂੰ ਵੇਖ ਕੇ ਇਹਨਾਂ ਕਮਜ਼ੋਰ ਤਨਾਂ ਨੂੰ ਹੌਸਲਾ ਹੋਇਆ ਕਿ ਨਹੀਂ, ਇਹ ਪਾਣੀ ਮਾਰੂ ਨਹੀਂ ਹੈ, ਲੱਗਦਾ ਤੇ ਹੈ ਮਾਰੂ, ਪਰ ਪਾਰ ਜਾਇਆ ਜਾ ਸਕਦਾ ਹੈ। ਬੜਾ ਪਿਆਰਾ ਬਚਨ ਆਪਨੇ ਪੜ੍ਹਿਆ ਹੋਣਾ, ਸ਼ੈਲ ਲੰਘੰਦੇ ਪਾਰ, ਸ਼ੈਲ ਕਹਿੰਦੇ ਨੇ ਗੱਭਰੂ, ਸ਼ੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਜਦੋਂ ਤਾਕਤਵਰ ਕੋਈ ਪਾਰ ਲੰਘ ਜਾਂਦਾ ਹੈ ਤੇ ਕਮਜ਼ੋਰ ਨੂੰ ਵੀ ਹੌਸਲਾ ਹੋ ਜਾਂਦਾ ਵੀ ਕੋਈ ਗੱਲ ਨਹੀਂ, ਆਪਾਂ ਜਾ ਸਕਦੇ ਹਾਂ। ਥੋੜ੍ਹੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਹੈ ਨਾ, ਬਸ ਇੰਨੇ ਕੁ ਹੁਨਰ ਨੂੰ ਸਿੱਖ ਲਈਏ, ਸਮਝ ਲਈਏ, ਇਹ ਪਾਣੀ ਡੁੱਬਦੇ ਨਹੀਂ, ਬਚ ਕੇ ਪਾਰ ਲੰਘ ਜਾਵਾਂਗੇ। ਇਸੇ ਤਰ੍ਹਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਗੁਰਮੁਖ ਨੇ ਸ਼ੈਲ, ਅਸੀਂ ਹਾਂ ਗੋਰੀ, ਅਸੀਂ ਤਮਾਮ ਜੀ ਕਮਜ਼ੋਰ ਰੂਹਾਂ, ਕਮਜ਼ੋਰ ਜੀ ਬੈਠੇ ਡਰਦੇ ਹਾਂ ਕਿਵੇਂ ਕਰਾਂਗੇ, ਕੀ ਹੋਏਗਾ, ਕਿੱਦਾਂ ਬਣੇਗਾ। ਫਿਰ ਕੀ ਕਰੀਏ? ਗੁਰਮੁਖਾਂ ਵੱਲ ਦੇਖਿਆ ਕਰੋ, ਗੁਰਮੁਖਾਂ ਦੀ ਸੰਗਤ ਕਰਿਆ ਕਰੋ, ਗੁਰਮੁਖਾਂ ਦੇ ਨਾਲ ਤੁਰਿਆ ਕਰੋ। ਗੁਰਮੁਖ ਜੀਵਨ ਦੀ ਹਰ ਔਖੀ ਘਾਟੀ ਨੂੰ ਪਾਰ ਕਰ ਜਾਂਦੇ ਨੇ, ਅਤੇ ਜੇ ਗੁਰਮੁਖ ਸੰਗਤ ਕਰਾਂਗੇ ਤਾਂ ਸਾਡਾ ਸਫ਼ਰ ਵੀ ਸੌਖਾ ਪਾਰ ਹੋ ਜਾਏਗਾ। ਮਹਾਰਾਜ ਕਹਿੰਦਾ ਗੁਰਮੁਖ ਪਾਰ ਲੰਘਾਏ, ਗੁਰਮੁਖ ਪਾਰ ਉਤਰਵਾ ਦਿੰਦਾ ਹੈ, ਪਾਰ ਕਰ ਦਿੰਦਾ ਹੈ। ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਪਾਰ ਕਰਨਾ, ਪੁੱਛੇ ਬਾਬਾ ਕਿਵੇਂ ਪਾਰ ਹੋਈਦਾ ਹੈ? ਗੁਰਮੁਖ ਦੀ ਸੰਗਤ ਵਿੱਚ ਕਿੱਦਾਂ ਪਾਰ ਚਾਲਾਂਗੇ? ਕਹਿਣ ਲੱਗੇ ਭਾਈ ਪਤਾ ਕੀ ਹੁੰਦਾ, ਹਰ ਬੋਹਿਥ ਚੜ੍ਹ ਵੱਡ ਭਾਗੀ ਲੰਘੈ। ਭਾਈ ਵਾਹਿਗੁਰੂ ਜੀ ਦੇ ਨਾਮ ਦਾ ਇੱਕ ਜਹਾਜ਼ ਹੈ, ਹਰ ਵਾਹਿਗੁਰੂ ਬੋਹਿਥ, ਬੋਹਿਥ ਕਹਿੰਦੇ ਨੇ ਜਹਾਜ਼ ਨੂੰ, ਵਾਹਿਗੁਰੂ ਜੀ ਦੇ ਨਾਮ ਦਾ ਇੱਕ ਜਹਾਜ਼ ਹੈ, ਵੱਡ ਭਾਗੀ ਉਹਦੇ 'ਚ ਚੜ੍ਹ ਜਾਂਦੇ ਨੇ, ਸਫ਼ਰ ਕਰਦੇ ਨੇ। ਹਰ ਬੋਹਿਥ ਚੜ੍ਹ ਵੱਡ ਭਾਗੀ ਲੰਘੈ, ਵਾਹਿਗੁਰੂ ਜੀ ਦੇ ਜਹਾਜ਼ 'ਤੇ ਵੱਡ ਭਾਗੀ ਚੜ੍ਹ ਗਏ ਅਤੇ ਪਾਰ ਲੰਘ ਗਏ। ਅਤੇ ਕਿਹੜਾ ਪਤਾ? ਵਾਹਿਗੁਰੂ ਜੀ ਦੇ ਨਾਮ ਦਾ ਇੱਕ ਬੋਹਿਥ ਹੈ, ਜੋ ਸਿੱਖ ਨਿੱਕੇ ਨੇ ਜਹਾਜ਼ ਹੈ, ਉਹਦੇ 'ਚ ਸਫ਼ਰ ਸਵਾਰ ਹੋ ਜਾਈਏ ਅਤੇ ਲਹਿਰਾਂ ਸਾਡਾ ਕੁਝ ਨਹੀਂ ਵਿਗੜਨਗੀਆਂ। ਜਿਵੇਂ ਜ਼ਮੀਨ ਦੇ ਉੱਤੇ ਤਮਾਮ ਪ੍ਰਕਾਰ ਦੇ ਕੀੜੇ ਮਕੌੜੇ ਹੋਣ, ਸੱਪ ਪਿੱਛੋਂ ਬਿੱਛੂ, ਅਸੀਂ ਘੋੜੇ 'ਤੇ ਸਫ਼ਰ ਕਰਦੇ ਹਾਂ, ਘੋੜਾ ਬੜੀ ਤੇਜ਼ੀ ਨਾਲ ਦੌੜ ਕੇ ਨਿਕਲ ਜਾਂਦਾ ਹੈ, ਇਹ ਨਿੱਕੇ ਮੋਟੇ ਕੀੜੇ ਮਕੌੜੇ ਬਿੱਛੂ ਠੂਏ ਸਾਡਾ ਕੁਝ ਨਹੀਂ ਵਿਗਾੜਦੇ, ਅਸੀਂ ਪਾਰ ਚਲੇ ਜਾਵਾਂਗੇ। ਅੱਜ ਕਿਸੇ ਕੋ ਵਾਹਨ ਹੁੰਦਾ ਹੈ, ਸਾਡੇ ਕੋਲ ਬਾਈਕਸ ਨੇ, ਸਾਡੇ ਕੋਲ ਕਾਰਸ ਨੇ, ਸੜਕ 'ਤੇ ਛੋਟਾ ਮੋਟਾ ਚਿੱਕੜ ਕੰਡਾ ਹੋਵੇ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਕਿੰਨਾ ਮਰਜ਼ੀ ਮੀਂਹ ਪੈਂਦਾ, ਸੜਕ 'ਤੇ ਚਿੱਕੜ ਹੋਵੇ, ਅਸੀਂ ਆਪਣੀ ਕਾਰ 'ਚ ਬੈਠਦੇ ਆਰਾਮ ਨਾਲ ਪਾਰ ਚਲੇ ਜਾਈਦਾ। ਅਤੇ ਭਾਈ ਜੀ ਦੇ ਕੋਲ ਕੁਛ ਵੀ ਨਹੀਂ, ਵਿਚਾਰਾ ਨੰਗੇ ਪੈਰ ਉਹ ਡਿੱਗਦਾ ਢਹਿੰਦਾ, ਕੱਪੜੇ ਵੀ ਖਰਾਬ ਕਰਦਾ, ਡਿੱਗਣ ਦਾ ਵੀ ਡਰ ਹੈ, ਮੁਸ਼ਕਿਲਾਤ ਹੈ, ਔਖਾ ਹੈ ਨਾ। ਅਤੇ ਅਸੀਂ ਕਹਿੰਦੇ ਕੋਈ ਨਹੀਂ, ਸਫ਼ਰ ਕਰਨ 'ਤੇ ਕਾਰ ਮਿਲ ਜੇ ਨਾ, ਬਾਈਕ ਮਿਲ ਜੇ ਨਾ। ਇਸੇ ਤਰ੍ਹਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਵੀ ਮੋੜ ਉੱਤੇ ਹਰ ਥਾਂ 'ਤੇ ਕੰਡੇ ਨੇ, ਨਿੰਦਾ ਹੈ, ਚੁਗਲੀ ਹੈ, ਕਾਮ ਹੈ, ਕ੍ਰੋਧ ਹੈ, ਇਹ ਬਹੁਤ ਕੁਝ ਖਲਾਰਾ ਹੈ। ਇਸ ਤੋਂ ਬਚਣਾ ਤੇ ਕਿਵੇਂ ਜਾਈਏ? ਕਹਿੰਦੇ ਫਿਰ ਗੁਰਮੁਖ ਦੇ ਮਗਰ ਲੱਗ ਜਾਓ, ਗੁਰੂ ਕੇ ਜਹਾਜ਼ 'ਚ ਬੈਠ ਜਾਓ। ਇਹਨਾਂ ਲਹਿਰਾਂ ਤੋਂ ਪਾਰ ਜਾਣ ਵਾਸਤੇ ਗੁਰੂ ਕੇ ਜਹਾਜ਼ ਵਿੱਚ ਬੈਠ ਜਾਓ, ਅਤੇ ਜੇ ਗੁਰੂ ਕੇ ਜਹਾਜ਼ ਵਿੱਚ ਬੈਠ ਗਏ ਫਿਰ ਇਸ ਭਵ ਸਾਗਰ ਦੀਆਂ ਲਹਿਰਾਂ ਤੁਹਾਡਾ ਕੁਝ ਨਹੀਂ ਵਿਗਾੜਨਗੀਆਂ। ਅਤੇ ਗੁਰੂ ਕੇ ਜਹਾਜ਼ ਵਿੱਚ ਕਿਵੇਂ ਬੈਠੀਦਾ? ਬੜਾ ਪਿਆਰਾ ਬਚਨ ਸੁਣਿਆ ਹੋਣਾ, ਆਪਣੇ ਪੜ੍ਹਿਆ ਹੋਣਾ, ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਥ ਬੈਠਾ ਆਏ। ਬੋਹਿਥ ਵਿੱਚ, ਜਹਾਜ਼ ਵਿੱਚ ਬੈਠਣ ਦਾ ਇੱਕ ਨਿਯਮ ਹੈ। ਆਪਾਂ ਸਾਰਿਆਂ ਲਗਭਗ ਸਫ਼ਰ ਕੀਤੇ ਨੇ, ਜਹਾਜ਼ਾਂ ਦੇ ਸਫ਼ਰ ਵੀ ਕੀਤੇ ਨੇ, ਬੱਸਾਂ ਦੇ ਸਫ਼ਰ ਵੀ ਕੀਤੇ ਨੇ। ਇੱਕ ਨਿਯਮ ਹੁੰਦਾ ਨਾ ਬਈ ਵਾਜਬ ਟਿਕਟ ਲੈ ਲਓ, ਵਾਜਬ ਇੰਨੇ ਕੁ ਮੁੱਲ ਦੀ ਵਾਜਬ ਟਿਕਟ ਹੈ, ਅਤੇ ਵਾਜਬ ਟਿਕਟ ਦੇ ਨਾਲ ਇੰਨਾ ਕੁ ਵਜ਼ਨ ਹੈ, ਹਰ ਟਿਕਟ 'ਤੇ ਕੁਝ ਵਜ਼ਨ ਅਲਾਉਡ ਹੁੰਦਾ ਵੀ ਇਹ ਤੋਂ ਵੱਧ ਨਹੀਂ। ਇਸੇ ਤਰ੍ਹਾਂ ਇਹੀ ਤੇ ਇੱਕ ਜੁਗਤ ਹੈ, ਵਾਜਬ ਟਿਕਟ ਲੈ ਕੇ ਅਸੀਂ ਸੀਟ 'ਤੇ ਬਹਿ ਜਾਣੇ, ਫਿਰ ਸਾਨੂੰ ਕੋਈ ਚਿੰਤਾ ਨਹੀਂ, ਆਪੇ ਡਰਾਈਵਰ ਪਾਇਲਟ ਜਿਹੜਾ ਸਾਨੂੰ ਟਿਕਾਣੇ ਉਤਾਰ ਦਿੰਦਾ। ਅਤੇ ਭਾਈ ਗੁਰੂ ਕੇ ਜਹਾਜ਼ 'ਚ ਬੈਠਣ ਵਾਸਤੇ ਵਾਜਬ ਟਿਕਟ ਕਿਹੜੀ ਹੈ? ਸਤਿਗੁਰ ਕੈ ਭਾਣੈ ਜੋ ਚੱਲੈ, ਸਤਿਗੁਰ ਦੇ ਭਾਣੇ ਵਿੱਚ ਆ ਜਾਓ। ਭਾਣਾ ਕੀ ਹੈ? ਜੋ ਗੁਰੂ ਨੂੰ ਚੰਗਾ ਲੱਗਦਾ ਉਹ ਮੰਨ ਲਓ। ਹੁਣ ਬਸ ਸਾਡਾ ਕਲੇਸ਼ ਇਹੀ ਹੈ ਨਾ, ਗੁਰੂ ਨੂੰ ਕੀ ਚੰਗਾ ਲੱਗਦਾ ਹੈ, ਕਰਤਾ ਪੁਰਖ ਨੂੰ ਕੀ ਚੰਗਾ ਲੱਗਦਾ ਅਤੇ ਮੈਨੂੰ ਕੀ ਚੰਗਾ ਲੱਗਦਾ, ਬਸ ਇਹਦੇ ਵਿੱਚ ਦਵੰਦ ਹੈ, ਇਹਦੇ ਵਿੱਚ ਝਗੜਾ ਹੈ। ਵਰਤ ਰਿਹਾ ਵਰਤਾਰੇ ਵਿੱਚ ਅਸੀਂ ਕੀ ਕਹਿੰਦੇ ਹਾਂ, ਆਹ ਕੰਮ ਮੈਨੂੰ ਚੰਗਾ ਨਹੀਂ ਲੱਗਦਾ। ਘਰ ਪਰਿਵਾਰ 'ਚ ਸਾਡੇ ਇਹੀ ਕਲੇਸ਼ ਹੁੰਦਾ ਨਾ, ਦੋ ਭੈਣ ਭਰਾ ਆਪਸ ਕਿਉਂ ਲੜਦੇ ਨੇ? ਇੱਕ ਕੰਮ ਕਰਕੇ ਮੈਨੂੰ ਚੰਗਾ ਨਹੀਂ ਲੱਗਾ। ਸਾਡੇ ਘਰਾਂ ਦੇ ਵਿੱਚ
तमाम कलेश बचपन तो लैके वडप्पण तक वड्डियां उम्रां तक एक ही सूत्र ते काम करदा है। एक भैन भरा ने काम किया, दूजा कहता मैनू चंगा नहीं लगा, असीं लड़ पैने आ। पति पत्नी काम करते ने, मैनू चंगा नहीं लगता। माता पिता दे नाल असीं क्यों झगड़दे आ, मैनू चंगा नहीं लगता। भी तुसीं जो करदे हो मैनू चंगा नहीं लगता, तुसीं जो कहिंदे हो मैनू चंगा नहीं लगता, तुसां जो कीता है मैनू चंगा नहीं लगा, असीं लड़ पैने आ। ते जे किते इत्थे पहुँच जाइए, तुसीं जो कीता मैनू चंगा लगता है, तुसीं जो कहिंदे हो मैनू चंगा लगता है, तो की भला किसी घर झगड़ा होएगा। इस फार्मूले नूं जो धन गुरु अमरदास महाराज जी ने अपनी बेटी भानी जी दे ते रामदास जी के विवाह के समय दोनों नूं सन्मुख बिठा के महाराज ने बख्शिश की सी ना कि भाई बह जाओ तो जीवन के सफ़र तय करने वास्ते आ मेरे 3 उपदेश पल्ले बन लो। कि कैसे ना कोई घर परिवार का वडेरा जी कोई समझावे तो की कहना भला जी, आप कहना 3 भाबे भला, जे कोई गलती हो गई तो की कहना भुली, तो जे कुछ भी ऐसा करतब होया जो ना तुसां कीता ते ना दूसरे कीता फिर कहना पाना। तो जे 3 भाबे असीं अपने घर च अपना लईए तो की साडे घर च कदे कोई झगड़ा होएगा? कदे हो ही नहीं सकता। भैन भरा आपस च कहन ठीक है भाई तू जो कीता मैनू चंगा लगता, बस कलेश मुक जाएगा। पति पत्नी एक दूजे तक इत्थे पहुँचण, जो दूजे ने कीता मैनू चंगा लगता है। मापे इत्थे पहुँचे ने भाई, बच्चे पहुँच जाने इत्थे जो मापियां कीता चंगा लगता है। मापे कहण बच्चा तुसीं जो कीता चंगा लगता है, कलेश मुक गया। पर साडा कलेश कहता है मैनू चंगा नहीं लगता, तेरा कीता होया मैनू चंगा नहीं लगा, इस करके साडा झगड़ा है। ते असीं कहिंदे की हाँ, इसे तरह परमात्मा दे कीते वे उत्ते भी असीं कहने नहीं अज चंगा लगता, रब ने चंगा नहीं कीता, मेरे नाल रब ने चंगा नहीं कीता। आपां रोज़ उलामे देने आ, पर पढ़ते की हाँ जो तुद भावै साई भली कार। पढ़ते ये सिर उठ के जो तुद भावै साई भली कार, तो फिर बाद च कहने रब दा कीता चंगा नहीं लगता। यही तो कलेश है। फिर भाने च नहीं आ पाए ना, तो भाने च आ गए। जो वरत रहे है, जो हो रहा है, पावन बाणी पढ़ते पढ़ते आप सुखन से पाठ बहुत करते हो, एक बड़ा प्यारा बच्चन है, पढ़ते हो गए। इत्थे कुछ ना कुछ तो कुदरत विच हुंदा रहिंदा है ना, जिवें कदे गर्मी होगी, कदे सर्दी होगी, कदे कुछ होर हो गया। की मनांगे, की कवांगे, की व्याख्या करांगे दियां? असीं अपनी अपनी व्याख्यावां करते हैं। महाराज कहते नहीं, जो हुआ होवत सो जानै। जो हो रहा है जान, ये नहीं कि बुद्धू बन के बैठा रहे। जो हो रहा समझ सुनो, तेन पता होना चाहिए की हो रहा है। जे कोई पूछे आ की हो रहा तो दस सकें हाँ भी आ वरत रहे है, पर कौन कर रहे है? जो हुआ होवत सो जानै, प्रभ अपने का हुक्म पछानै। हो रहा मैनू पता है की हो रहा है, पर कौन कर रहा है? मेरे प्रभु दे हुक्म च हो रहा है, मेरे सच्चे साहिब दे हुक्म दे विच हो रहा है। इस करके इसका विरोध नहीं करना, क्योंकि मेरे प्रभु दे हुक्म दे विच है। जिहड़ा इत्थे पहुँच जाता है, सतगुर दे भाणे विच आ जाता है, तो उसनूं सतगुर दे बोहित विच थां मिल जाता है। सतगुर कै भाणे जो चलै, विच बोहित बैठा आए। ते अज की कहण लगे, हर बोहित चढ़ वडभागी लंघै। इस बोहित विच बैठे ते वडभागी पार लंघ गए। एक बड़ा प्यारा बचन आपने रूपक दे विच गुरबाणी च पढ़िया होना। आ कदे कदे बस स्टैंड ते जाइए ना, तो बसां सारियां लगियां होंदियां अपने आप टिकाणे अड्डियां ते उच्ची उच्ची कोई बंदे बोल रहे होंदे ने। मान लो असीं अंमृतसर साहब जाना है, एक बस वाला उच्ची उच्ची बोलदा अंमृतसर अंमृतसर, नाल दूजी बस वाला कोई दूजे शहर का नाम लई जांदा है, तीजी बस वाला अपने तीजे शहर का नाम लई जांदा है। तो भाई असीं जिस मंजिल ते जाना है, असीं अपने मतलब की बस पकड़ लैने आ। इस तरह जिंदगी के सफ़र के पत्तन ते भी कोई बोलता है। पाठ करते पढ़े ना, पत्तन कूकै पातनी, असां जाना है प्रभु जी के सो दर दे मुकाम ते। पत्तन कहते ने अड्डा, अज भी समुद्र के किनारे पत्तन कहते हो ना। पत्तन कूकै पातनी, जो अड्डे ते रहन वाले ने वो अड्डे ते खड़ा होया बोल रहा है, उच्ची उच्ची आवाज़ दे रहा है, पत्तन कूकै पातनी वन जाओ, आजो आजो ध्रुक विलाड़
बिना देरी कीतियां आजो भाई, आ जहाज तैयार जे, बिना देरी कीते आजो, बिना देरी कीते आजो। ये जहाज चलिया जे। ते पुछया बाबा ये जहाज कित्थे चलिया? कहन लगे परले पासे चलिया। असां सारियां पारी ते जाण दी गल करदे ना। पत्तन कूकै पातणी वंजो त्रुक विलाड़, पार पवंदड़े डिठ मैं पार जांदे देखे ने। इस जहाज विच बैठे हुए लोग मैं पार उतरते देखे ने। पार पवंदड़े डिठ मैं, सतगुर बोहित चाड़। सतगुरु दा बोहित है भाई, ये जहाज सतगुरु दा है। ये सतगुरु दे जहाज जिहड़ा बैठ जांदा है ना, वो परले पार उतर जांदा है। ते आजो भाई देरी ना करो, छेती छेती आके गुरु किस जहाज विच बह जाओ, ते गुरु के जहाज च बैठ के भवजलों पार चले जाओ। अज कह लगे हर बोहित चढ़, जिहड़े वड्डे भागी जी गुरमुखां दी पुकार सुन के। तो गुरमुख की करते हैं? पुकारते हैं आओ भाई गुरु वाले बन जाओ, आओ भाई गुरबाणी पढ़ लो, आओ भाई कीर्तन सुन लो, आओ भाई कहते ना आवो सिख सतगुरु के प्यारिओ, गावो सच्ची बाणी। पुकारा करते ने। कह लगे पार लंघे हर बोहित चढ़ वड भागी लंघै। हुण किहदा जहाज है? गुरखेवट शब्द तराए। गुरु है इहदा मल्ला पायलट, गुरखेवट खेवैया। ते जहाज के दा जी शब्द दे सदके जिंदगी दे सफ़र तो गुरु पार करवा देंदे भाई। जिन्हां ने पार जाना है गुरमत दे जहाज च बैठ जाओ, ते शब्द दे सदके शब्द दे सिस्टम च पार उतर जावांगे। किदां की करिए? कहण लगे अन दिन हर रंग हर गुण गावै। इस जहाज विच बैठण दा वाजब मुल ते वाजब नियम की है? हर वेले परमेश्वर दे रंग विच रह के उहदे गुण गाउने। इहदे जहाज विच रहना है। जिवें जहाज च बैठण दी कीमत देनी पैंदी ना, इत्थे भी समा देना पैंदा है। इत्थे श्वासां दी कीमत देनी पैंदी जे, इत्थे जप करना पैंदा है, इत्थे बीमारियां बुराइयां नूं छड़ना पैंदा है। ते इत्थे इक्को ही है हर अन दिन, अंदरमा हर रोज़ हर रंग वाहिगुरु जी दे प्रेम दे विच आके हर गुण गावै। हर रंगी हर रंगा, जिहड़ा उहदे प्रेम च रंगिया होया हर वेले गुण गाउंदा जांदा है। ते महाराज बड़े प्यार नाल कहंदे जन नानक निर्वाण पद पाया। महाराज कहणगे भाई उन्हां जियां ने निर्वाण पदवी नूं प्राप्त कर लिया, उन्हां जियां ने मोक्ष पदवी नूं प्राप्त कर लिया। वो जी परले किनारे ते पहुंच के हर उत्तम हर पद चंगा, ते सब तो उत्तम सब तो चंगी पदवी उन्होंने प्राप्त होगी। तो फिर बेनती करा सी की करिए भाई जिथों तक साडा वाह लगता है चंगे गुण चंगियां गल्लां ग्रहण करिए, क्योंकि चंगे गुण चंगियां गल्लां ग्रहण करांगे तो गुरु के दरबार च थां मिल जाएगा। फिर गुरु के जहाज विच थां मिल जाएगा। मंदा सामान लैके किसी जहाज थां नहीं जे मिलना। चंगा चंगा ग्रहण करो तो गुरु के जहाज में थां मिल जाएगा। इस करके भाई इस शरीर रूपी घोड़ी ते चंगियां विचारां चंगियां दलीलां दी चंगे दी काठी पा के असीं गुरु दरबार तक पहुँच करनी। गुरुदेव किरपा करन। अगलियां गल्लां फिर समझना अगे समय वाचते विचारते रहांगे। भुल चुक दी खिमा, आसीस ते प्यार ते फतेह बुलावना जी। वाहिगुरू जी का खालसा, वाहिगुरू जी की फतेह।